ਹੈਲੋ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਅੱਜ ਦੀ ਪੰਜਾਬੀ ਕਹਾਣੀ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੀ ਕਹਾਣੀ ਹੈ ਮਾਂ ਦਾ ਬਟਵਾਰਾ। ਮਾਂ, ਹੁਣ ਤੇਰਾ ਇਸ ਤਰ੍ਹਾਂ ਇਕੱਲੇ ਰਹਿਣਾ ਠੀਕ ਨਹੀਂ ਹੈ। ਅਸੀਂ ਦੋਵੇਂ ਤਾਂ ਸ਼ਹਿਰ ਵਿੱਚ ਰਹਿੰਦੇ ਹਾਂ ਤੇ ਹੁਣ ਪਿਤਾ ਜੀ ਵੀ ਨਹੀਂ ਰਹੇ, ਤਾਂ ਤੁਸੀਂ ਵੀ ਸਾਡੇ ਨਾਲ ਸ਼ਹਿਰ ਵਿੱਚ ਚੱਲੋ। ਤਾਂ ਜੋ ਤੁਸੀਂ ਸਾਡੇ ਨਾਲ ਰਹੋ ਤਾਂ ਅਸੀਂ ਦੋਵੇਂ ਵੀ ਬੇਫਿਕਰ ਰਹਾਂਗੇ ਤੇ ਆਪਣਾ ਕੰਮ ਵੀ ਕਰ ਪਾਵਾਂਗੇ। ਵੱਡੇ ਪੁੱਤ ਆਨੰਦ ਨੇ ਆਪਣੀ ਮਾਂ ਨੂੰ ਕਿਹਾ, ਹਾਂ ਭਾਈ, ਸਹੀ ਕਹਿ ਰਿਹਾ ਹੈ। ਅਸੀਂ ਲੋਕ ਆਪਣੀਆਂ ਨੌਕਰੀਆਂ ਵਿੱਚ ਵਿਅਸਤ ਰਹਿੰਦੇ ਹਾਂ ਤਾਂ ਵਾਰ-ਵਾਰ ਪਿੰਡ ਵੀ ਨਹੀਂ ਆ ਪਾਵਾਂਗੇ। ਤੁਸੀਂ ਨਾਲ ਰਹੋਗੇ ਤਾਂ ਅਸੀਂ ਆਪਣਾ ਕੰਮ ਕਰ ਪਾਵਾਂਗੇ, ਨਹੀਂ ਤਾਂ ਇੰਨੀ ਦੂਰ ਆਉਣਾ ਸੰਭਵ ਨਹੀਂ ਹੈ। ਛੋਟੇ ਪੁੱਤ ਸਚਿਨ ਨੇ ਵੀ ਹਾਮੀ ਭਰੀ। ਸਰਦਾ ਜੀ ਚੁੱਪਚਾਪ ਆਪਣੇ ਦੋਵੇਂ ਪੁੱਤਾਂ ਦੀ ਗੱਲ ਸੁਣ ਰਹੀ ਸੀ, ਪਰ ਉਹਨਾਂ ਦੀ ਅਕਲ ਕੰਮ ਨਹੀਂ ਕਰ ਰਹੀ ਸੀ। ਅਜੇ 15 ਦਿਨ ਪਹਿਲਾਂ ਹੀ ਉਸ ਦੇ ਪਤੀ ਦਾ ਦੇਹਾਂਤ ਹੋਇਆ ਸੀ ਤੇ ਹਜੇ ਤੱਕ ਤਾਂ ਉਹ ਇਸ ਸਦਮੇ ਤੋਂ ਉੱਭਰ ਨਹੀਂ ਪਾਈ ਸੀ। 40 ਸਾਲਾਂ ਦਾ ਹਰ ਪਲ ਦਾ ਸਾਥ ਸੀ। ਕਦੀ ਸੋਚਿਆ ਨਹੀਂ ਸੀ ਕਿ ਅਸੀਂ ਇਸ ਤਰ੍ਹਾਂ ਵਿਛੜ ਜਾਵਾਂਗੇ। ਰਜਿੰਦਰ ਬਾਬੂ ਬਹੁਤ ਹੀ ਸਾਦੇ ਸੁਭਾਅ ਦੇ ਸੀ। ਕਿਸੇ ਦੀ ਵੀ ਗੱਲ ਜਲਦੀ ਨਾਲ ਮੰਨ ਲੈਂਦੇ ਸੀ। ਦੂਜਿਆਂ ਦੇ ਦੁੱਖ ਦਰਦ ਨੂੰ ਆਪਣਾ ਹੀ ਦੁੱਖ ਸਮਝਦੇ ਸੀ। ਲੋੜਵੰਦਾਂ ਦੀ ਮਦਦ ਕਰਦੇ ਸੀ। ਉਹਨਾਂ ਦੀ ਪ੍ਰਸ਼ੰਸਾ ਚਾਰੋਂ ਪਾਸੇ ਲੋਕ ਕਰਦੇ ਸੀ। ਘਰ ਪਰਿਵਾਰ, ਰਿਸ਼ਤੇਦਾਰ, ਰਜਿੰਦਰ ਬਾਬੂ ਸਭ ਨੂੰ ਪਿਆਰੇ ਸੀ। ਪਰਿਵਾਰ ਵਿੱਚ ਜੋ ਉਹਨਾਂ ਨੇ ਬੋਲ ਦਿੱਤਾ ਉਹ ਸਾਰਿਆਂ ਦੇ ਸਿਰ ਮੱਥੇ ਹੁੰਦਾ ਸੀ। ਦੋਵੇਂ ਪੁੱਤ ਆਨੰਦ ਅਤੇ ਸਚਿਨ ਵੀ ਆਪਣੇ ਪਿਤਾ ਦਾ ਪੂਰਾ ਸਨਮਾਨ ਕਰਦੇ ਸੀ। ਉਹ ਆਪਣਾ ਖੇਤੀਬਾੜੀ ਸੰਭਾਲਦੇ ਸੀ ਅਤੇ ਉਸ ਫਸਲ ਨੂੰ ਵੇਚ ਕੇ ਦੋਵੇਂ ਪੁੱਤਾਂ ਨੂੰ ਪੜ੍ਹਾਇਆ ਅਤੇ ਉਹਨਾਂ ਦਾ ਵਿਆਹ ਵੀ ਕੀਤਾ। ਜਦ ਵੀ ਦੋਵੇਂ ਪੁੱਤ ਸ਼ਹਿਰ ਤੋਂ ਆਉਂਦੇ, ਉਹਨਾਂ ਨੂੰ ਆਪਣੇ ਮਾਤਾ-ਪਿਤਾ ਵੱਲੋਂ ਭਰਪੂਰ ਪਿਆਰ ਮਿਲਦਾ ਸੀ। ਸਰਦਾ ਜੀ ਉਹਨਾਂ ਦੇ ਆਉਣ ਦਾ ਨਾਮ ਸੁਣ ਕੇ ਉਹਨਾਂ ਦੇ ਪਸੰਦ ਦਾ ਖਾਣਾ ਬਣਾਉਂਦੀ ਸੀ। ਬੜੇ ਪਿਆਰ ਨਾਲ ਬਣਾਉਂਦੀ ਤੇ ਉਹਨਾਂ ਨੂੰ ਖਵਾਉਂਦੀ ਸੀ। ਆਪਣੇ ਪੁੱਤਾਂ ਦੀ ਆਉਣ ਦੀ ਖੁਸ਼ੀ ਵਿੱਚ ਉਹ ਸਭ ਕੁਝ ਭੁੱਲ ਜਾਂਦੀ ਸੀ। ਆਪਣੇ ਗੋਡਿਆਂ ਦਾ ਦਰਦ ਤੇ ਅੱਖਾਂ ਦਾ ਧੁੰਦਲਾਪਨ। ਰਜਿੰਦਰ ਬਾਬੂ ਦਾ ਖੇਤੀਬਾੜੀ ਦਾ ਚੰਗਾ ਕੰਮ ਚੱਲਦਾ ਸੀ। ਉਹਨਾਂ ਕੋਲ 2-3 ਖੇਤ ਸੀ ਤੇ ਹੁਣ ਉਹ ਬੈਠੇ-ਬੈਠੇ ਹੀ ਕੰਮ ਕਰਾਉਂਦੇ ਸੀ। ਉਮਰ ਜ਼ਿਆਦਾ ਹੋਣ ਦੇ ਕਾਰਨ ਹੁਣ ਉਹਨਾਂ ਤੋਂ ਜ਼ਿਆਦਾ ਕੰਮ ਨਹੀਂ ਹੁੰਦਾ ਸੀ, ਤਾਂ ਉਹਨਾਂ ਨੇ ਖੇਤ ਵਿੱਚ ਕੰਮ ਕਰਨ ਦੇ ਲਈ ਕੁਝ ਲੋਕ ਰੱਖ ਲਏ ਸੀ। ਜੀਵਨ ਆਪਣੀ ਗਤੀ ਨਾਲ ਚੱਲ ਰਿਹਾ ਸੀ। ਦੋਵੇਂ ਪੁੱਤ ਅਤੇ ਨੂੰਹਾਂ ਉਹਨਾਂ ਨੂੰ ਸ਼ਹਿਰ ਬੁਲਾਉਂਦੇ ਸੀ, ਪਰ ਉਹਨਾਂ ਦਾ ਮਨ ਤਾਂ ਆਪਣੇ ਪਿੰਡ ਵਿੱਚ ਹੀ ਲੱਗਦਾ ਸੀ। ਇੱਥੇ ਦੇ ਰਹਿਣ ਸਹਿਣ, ਖਾਣ ਪੀਣ ਦੇ ਉਹ ਆਦੀ ਹੋ ਗਏ ਸੀ। ਉਹਨਾਂ ਦੇ ਬਹੁਤ ਚੰਗੇ ਦਿਨ ਨਿਕਲ ਰਹੇ ਸੀ। ਇੱਕ ਰਾਤ ਰਜਿੰਦਰ ਬਾਬੂ ਆਪਣੀ ਛੱਤ ਤੇ ਟਹਿਲ ਰਹੇ ਸੀ। ਅਚਾਨਕ ਉਹਨਾਂ ਦਾ ਪੈਰ ਤਿਲਸ ਗਿਆ ਤੇ ਉਹ ਸਿਰ ਦੇ ਭਾਰ ਥੱਲੇ ਆ ਡਿੱਗੇ। ਉਸੇ ਸਮੇਂ ਹੀ ਉਹਨਾਂ ਦੀ ਜਾਨ ਨਿਕਲ ਗਈ। ਸਾਰਾ ਪਰਿਵਾਰ ਉਹਨਾਂ ਨੂੰ ਸੰਭਾਲਣ ਆ ਗਿਆ। ਸਰਦਾ ਜੀ ਦਾ ਰੋ ਰੋ ਕੇ ਬੁਰਾ ਹਾਲ ਸੀ। ਦੋਵੇਂ ਨੂੰਹਾਂ ਨੇ ਸੰਭਾਲਿਆ ਤੇ ਦੋਵੇਂ ਪੁੱਤਾਂ ਨੇ ਸਾਰੇ ਕਿਰਿਆ ਕਰਮ ਕਰ ਦਿੱਤੇ। ਹੁਣ ਬੱਚਿਆਂ ਦੀ ਪੜ੍ਹਾਈ ਵੀ ਹੈ ਤੇ ਸਾਡਾ ਦਫ਼ਤਰ ਵੀ। ਇਸੇ ਵਜ੍ਹਾ ਨਾਲ ਦੋਵੇਂ ਜਣੇ ਜਾਣ ਦੀ ਜਲਦੀ ਕਰ ਰਹੇ ਸੀ। ਸਰਦਾ ਜੀ ਆਪਣਾ ਘਰ ਅਤੇ ਪਿੰਡ ਛੱਡ ਕੇ ਜਾਣਾ ਨਹੀਂ ਚਾਹੁੰਦੀ ਸੀ ਤੇ ਪੁੱਤ ਇੱਥੇ ਰੁਕ ਨਹੀਂ ਸਕਦੇ ਸੀ। ਉਹ ਆਪਣੇ ਪੁੱਤਾਂ ਨੂੰ ਕਹਿੰਦੀ ਹੈ ਕਿ ਤੁਸੀਂ ਲੋਕ ਚਲੇ ਜਾਓ, ਮੈਂ ਇੱਥੇ ਹੀ ਇਕੱਲੀ ਰਹਿ ਲਵਾਂਗੀ। ਫਿਰ ਇਹ ਘਰ ਤੇ ਖੇਤ ਵੀ ਤਾਂ ਹੈ, ਇਹਨਾਂ ਨੂੰ ਏਦਾਂ ਕਿਵੇਂ ਛੱਡ ਕੇ ਆ ਜਾਵਾਂ। 40 ਸਾਲ ਦੀ ਗ੍ਰਸਤੀ ਦਾ ਸਮਾਨ ਹੈ। ਮੇਰਾ ਸ਼ਹਿਰ ਆ ਕੇ ਤਾਂ ਰਹਿਣਾ ਸੰਭਵ ਨਹੀਂ ਹੈ। ਆਨੰਦ ਨੇ ਕਿਹਾ, ਉਹ ਅਸੀਂ ਬਾਅਦ ਵਿੱਚ ਆ ਕੇ ਦੇਖ ਲਵਾਂਗੇ। ਜਦੋਂ ਪਿਤਾ ਜੀ ਨਹੀਂ ਰਹੇ ਤਾਂ ਤੁਸੀਂ ਇਕੱਲੇ ਇੱਥੇ ਕੀ ਕਰੋਗੇ। ਸਚਿਨ ਨੇ ਵੀ ਆਪਣੇ ਭਰਾ ਦੀ ਗੱਲ ਵਿੱਚ ਹਾਮੀ ਭਰੀ। ਉਹ ਕੁਝ ਸਮੇਂ ਦੇ ਲਈ ਪਿੰਡ ਛੱਡ ਕੇ ਸ਼ਹਿਰ ਜਾਣ ਲਈ ਰਾਜੀ ਹੋ ਗਈ।
ਹੁਣ ਉਹਨਾਂ ਨੇ ਮਨ ਬਣਾ ਲਿੱਤਾ ਤਾਂ ਦੋਵੇਂ ਪੁੱਤ ਆਪਸ ਵਿੱਚ ਉਲਝ ਪਏ ਕਿ ਆਖਿਰ ਮਾਂ ਕਿਸ ਦੇ ਕੋਲ ਰਹੇਗੀ। ਘਰ ਖੇਤ ਗਹਿਣਿਆਂ ਦਾ ਬਟਵਾਰਾ ਤਾਂ ਕਰ ਲਵਾਂਗੇ, ਪਰ ਮਾਂ ਦਾ ਬਟਵਾਰਾ ਕਿਵੇਂ ਕਰਾਂਗੇ। ਦੋਵਾਂ ਦੀਆਂ ਪਤਨੀਆਂ ਇਹ ਸਭ ਕੁਝ ਦੇਖ ਰਹੀਆਂ ਸੀ ਤਾਂ ਆਨੰਦ ਦੀ ਪਤਨੀ ਗੁੰਜਨ ਬੋਲੀ ਕਿ ਅਸੀਂ ਇੱਕ ਸਾਲ ਲਈ ਮਾਂ ਨੂੰ ਰੱਖ ਲੈਂਦੇ ਹਾਂ। ਉਦੋਂ ਹੀ ਸਚਨ ਦੀ ਪਤਨੀ ਅੰਜਲੀ ਬੋਲਦੀ ਹੈ, ਨਾ ਬਾਬਾ, 1 ਸਾਲ ਤਾਂ ਕਾਫੀ ਲੰਬਾ ਹੋ ਜਾਵੇਗਾ। ਅਸੀਂ ਲੋਕਾਂ ਦਾ ਘੁੰਮਣ ਫਿਰਨ ਦਾ ਵੀ ਤਾਂ ਰਹਿੰਦਾ ਹੈ। 1 ਸਾਲ ਤੱਕ ਲਗਾਤਾਰ ਤਾਂ ਮੈਂ ਨਹੀਂ ਬਰਦਾਸ਼ਤ ਕਰ ਪਾਵਾਂਗੀ। ਚੰਗਾ ਤਾਂ ਫਿਰ 6 ਮਹੀਨੇ ਦਾ ਰੱਖ ਲੈਂਦੇ ਹਾਂ। ਗੁੰਜਨ ਨੇ ਫਿਰ ਕਿਹਾ। ਅੰਜਲੀ ਬੋਲੀ, ਇਹ ਵੀ ਜ਼ਿਆਦਾ ਹੋ ਜਾਵੇਗਾ। 6 ਮਹੀਨਿਆਂ ਵਿੱਚ ਮੈਨੂੰ ਪੇਕੇ ਵੀ ਜਾਣਾ ਹੁੰਦਾ ਹੈ ਤੇ ਮੇਰੇ ਪੇਕਿਆਂ ਤੋਂ ਵੀ ਕੋਈ ਨਾ ਕੋਈ ਆਉਂਦਾ ਰਹਿੰਦਾ ਹੈ। ਉਹਨਾਂ ਦੇ ਲਈ ਵੀ ਤਾਂ ਘਰ ਵਿੱਚ ਜਗ੍ਹਾ ਚਾਹੀਦੀ ਹੈ। ਹੁਣ ਇਹ 6 ਮਹੀਨੇ ਤੱਕ ਰਹੇਗੀ ਤਾਂ ਬਾਕੀ ਮਹਿਮਾਨ ਕਿਵੇਂ ਆਉਣਗੇ ਤੇ ਕਿਵੇਂ ਰਹਿਣਗੇ। ਅੰਜਲੀ ਫਿਰ ਬੋਲੀ, ਤਾਂ ਫਿਰ ਤੂੰ ਹੀ ਦੱਸ। ਇਹ ਕਹਿ ਕੇ ਗੁੰਜਨ ਨੇ ਆਪਣੀ ਗੱਲ ਖਤਮ ਕੀਤੀ। ਅਸੀਂ ਦੋਵੇਂ ਇੱਕ ਹੀ ਸ਼ਹਿਰ ਵਿੱਚ ਰਹਿੰਦੇ ਹਾਂ ਤਾਂ ਹਰ ਹਫ਼ਤੇ ਦਾ ਰੱਖ ਲੈਂਦੇ ਹਾਂ। ਘੱਟ ਤੋਂ ਘੱਟ ਇੱਕ ਹਫ਼ਤਾ ਤਾਂ ਵਧੀਆ ਨਾਲ ਮਨਾ ਪਾਵਾਂਗੇ, ਨਹੀਂ ਤਾਂ ਹਫ਼ਤੇ ਦਾ ਹੀ ਕਚਰਾ ਹੋ ਜਾਵੇਗਾ। ਅੰਜਲੀ ਨੇ ਹੱਸ ਕੇ ਕਿਹਾ। ਚਾਰੋਂ ਪੁੱਤ ਨੂੰ ਬਾਹਰ ਬੈਠੇ ਗੱਲਾਂ ਕਰ ਰਹੇ ਸੀ। ਬੱਚੇ ਸੋ ਗਏ ਸੀ ਪਰ ਸਾਰਦਾ ਜੀ ਦੀਆਂ ਅੱਖਾਂ ਵਿੱਚ ਨੀਂਦ ਨਹੀਂ ਸੀ। ਉਹ ਆਪਣੇ ਪਤੀ ਦੀ ਫੋਟੋ ਨੂੰ ਲਗਾਤਾਰ ਦੇਖ ਰਹੀ ਸੀ। ਕਾਸ਼ ਤੁਸੀਂ ਅੱਜ ਮੇਰੇ ਨਾਲ ਹੁੰਦੇ ਤਾਂ ਮੈਨੂੰ ਕਿਸੇ ਤੇ ਨਿਰਭਰ ਤਾਂ ਨਹੀਂ ਰਹਿਣਾ ਪੈਂਦਾ। ਅਸੀਂ ਦੋਨੋਂ ਮਿਲ ਕੇ ਜ਼ਿੰਦਗੀ ਦੇ ਦਿਨ ਬਿਤਾ ਲੈਂਦੇ। ਪਤੀ ਦਾ ਸਾਥ ਹੋਵੇ ਤਾਂ ਪਤਨੀ ਹਰ ਹਾਲ ਵਿੱਚ ਕਿਤੇ ਵੀ ਰਹਿ ਸਕਦੀ ਹੈ। ਮੇਰੀ ਦਾਦੀ ਕਿਹਾ ਕਰਦੀ ਸੀ, ਜਿੱਥੇ ਪਤੀ ਹੈ ਉੱਥੇ ਤੇਰਾ ਘਰ ਹੈ। ਤੇਰਾ ਪਤੀ ਇੱਕ ਪੇੜ ਦੇ ਹੇਠਾਂ ਵੀ ਤੇਰੇ ਨਾਲ ਖੜਾ ਹੈ, ਉਹੀ ਤੇਰਾ ਘਰ ਹੈ। ਇਹ ਗੱਲਾਂ ਨੂੰ ਯਾਦ ਕਰਕੇ ਉਹਨਾਂ ਦੀਆਂ ਅੱਖਾਂ ਭਰ ਆਉਂਦੀਆਂ ਨੇ। ਪਤੀ ਦੇ ਸਾਥ ਦੇ ਦਮ ਤੇ ਤਾਂ ਪਤਨੀ ਸਭ ਨਾਲ ਲੜ ਜਾਂਦੀ ਹੈ। ਜਿਸ ਨੂੰ ਪਤੀ ਦਾ ਸਾਥ ਮਿਲਦਾ ਹੈ ਉਸ ਨੂੰ ਇੱਕ ਭਰੋਸਾ, ਇੱਕ ਤਸੱਲੀ, ਇੱਕ ਮਜ਼ਬੂਤੀ ਮਿਲਦੀ ਹੈ। ਪਰ ਅੱਜ ਉਸ ਨੂੰ ਸਭ ਕੁਝ ਵਿਖਰਿਆ ਹੋਇਆ ਨਜ਼ਰ ਆਉਂਦਾ ਸੀ। ਉਹ ਆਪਣੇ ਮਨ ਵਿੱਚ ਆਪਣੇ ਆਪ ਨਾਲ ਗੱਲਾਂ ਕਰ ਰਹੀ ਸੀ ਕਿ ਮੈਂ ਆਪਣੇ ਆਪ ਨੂੰ ਕਿਵੇਂ ਸਵੇਟਾਂ, ਕਿਵੇਂ ਆਪਣੇ ਆਪ ਨੂੰ ਮਜ਼ਬੂਤ ਬਣਾਵਾਂ। ਅਤੀਤ ਦੇ ਪਲਾਂ ਵਿੱਚ ਗਵਾਚੀ ਉਹ ਜਿਵੇਂ ਬਾਹਰ ਹੀ ਨਹੀਂ ਆਉਣਾ ਚਾਹੁੰਦੀ ਸੀ। 40 ਸਾਲਾਂ ਵਿੱਚ ਹੋਈ ਹਰ ਇੱਕ ਗੱਲ, ਪਿਆਰ, ਰੁੱਸਣਾ ਮਨਾਉਣਾ, ਇੱਕ ਦੂਸਰੇ ਦੀ ਪਰਵਾਹ, ਫਿਕਰ, ਸਭ ਉਹਨਾਂ ਨੂੰ ਬਾਰ-ਬਾਰ ਯਾਦ ਆ ਰਿਹਾ ਸੀ। ਉਹ ਜਿਵੇਂ ਇਹਨਾਂ ਯਾਦਾਂ ਦੇ ਵਿੱਚ ਹਮੇਸ਼ਾ ਦੇ ਲਈ ਗਵਾਚ ਜਾਣਾ ਚਾਹੁੰਦੀ ਸੀ। ਉਦੋਂ ਹੀ ਦਰਵਾਜ਼ੇ ਉੱਤੇ ਕੁੰਡੀ ਖੜਕਦੀ ਹੈ। ਉਹ ਆਪਣੇ ਹੰਝੂ ਪੋਚ ਕੇ ਦਰਵਾਜ਼ਾ ਖੋਲ੍ਹਦੀ ਹੈ। ਉਸਦਾ ਬੇਟਾ ਆਨੰਦ ਕਹਿੰਦਾ ਹੈ, ਮਾਂ ਆਪਣਾ ਸਮਾਨ ਬੰਨ੍ਹ ਲਵੋ, ਤੁਸੀਂ ਮੇਰੇ ਨਾਲ ਚੱਲ ਰਹੇ ਹੋ। ਸਰਦਾ ਜੀ ਇਸ ਗੱਲ ਤੋਂ ਇਨਕਾਰ ਨਹੀਂ ਕਰ ਪਾਈ। ਉਸਨੇ ਆਪਣੇ ਮਨ ਵਿੱਚ ਸੋਚਿਆ ਕਿ ਕੁਝ ਮਹੀਨੇ ਰਹਿ ਆਵਾਂਗੀ ਤਾਂ ਬਦਲਾਵ ਮਿਲ ਜਾਵੇਗਾ। ਇੱਕ ਪਾਸੇ ਤਾਂ ਪਈ ਰੋਟੀ ਵੀ ਮੱਚ ਜਾਂਦੀ ਹੈ ਤੇ ਉਹਨਾਂ ਨੇ ਆਪਣਾ ਸਮਾਨ ਬੰਨ੍ਹ ਲਿਆ। ਤੋਂ ਹੀ ਗੁੰਜਨ ਕਹਿੰਦੀ ਹੈ, ਮਾਂ ਜੀ ਇੰਨਾ ਸਮਾਨ ਲਿਜਾਣ ਦੀ ਲੋੜ ਨਹੀਂ ਹੈ, ਸਿਰਫ ਆਪਣੇ ਕੱਪੜੇ ਰੱਖ ਲਵੋ। ਉੱਥੇ ਘਰ ਵਿੱਚ ਤੁਹਾਡੀਆਂ ਪੁਰਾਣੀਆਂ ਚੀਜ਼ਾਂ ਰੱਖਣ ਲਈ ਜਗ੍ਹਾ ਨਹੀਂ ਹੈ। ਆਪਣੀ ਨੂੰਹ ਦੀ ਇਹ ਗੱਲ ਸੁਣ ਕੇ ਸਰਦਾ ਜੀ ਨੂੰ ਗੁੱਸਾ ਆ ਗਿਆ। ਆਪਣੇ ਪਤੀ ਦੀ ਫੋਟੋ ਅਤੇ ਉਹਨਾਂ ਦੀਆਂ ਕਿਤਾਬਾਂ ਕੀ ਹੁਣ ਪੁਰਾਣੀਆਂ ਹੋ ਗਈਆਂ ਨੇ? ਮੇਰੇ ਵਿਆਹ ਦਾ ਇਹ ਜੋੜਾ ਕੀ ਪੁਰਾਣਾ ਹੋ ਗਿਆ ਹੈ? ਮੇਰੇ ਬੱਚਿਆਂ ਦੇ ਬਚਪਨ ਦੇ ਖਿਡੌਣੇ ਕੀ ਹੁਣ ਪੁਰਾਣੇ ਹੋ ਗਏ ਨੇ? ਕੀ ਹੁਣ ਇਹਨਾਂ ਦਾ ਕੋਈ ਮੁੱਲ ਨਹੀਂ ਰਿਹਾ? ਉਹ ਥੋੜੀ ਦੇਰ ਲਈ ਟੁੱਟੀ ਸੀ ਪਰ ਫਿਰ ਤੋਂ ਜੁੜ ਗਈ ਤੇ ਸਭ ਸਮਾਨ ਰੱਖ ਕੇ ਆਪਣੇ ਕੱਪੜੇ ਅਤੇ ਕੁਝ ਪੂਜਾ ਦਾ ਸਮਾਨ ਰੱਖ ਲਿੱਤਾ। ਆਪਣੇ ਘਰ ਤੇ ਮੁਹੱਲੇ ਪਿੰਡ ਤੋਂ ਦੂਰ ਜਾਣ ਦਾ ਦੁੱਖ ਉਹਨਾਂ ਦੇ ਮਨ ਨੂੰ ਤੜਫਾ ਰਿਹਾ ਸੀ ਤੇ ਉਹ ਹੌਲੀ-ਹੌਲੀ ਕਦਮਾਂ ਨਾਲ ਬਾਹਰ ਆ ਗਈ। ਗੱਡੀ ਆਨੰਦ ਦੇ ਘਰ ਜਾ ਕੇ ਰੁਕੀ। ਆਨੰਦ ਦਾ ਫਲੈਟ 4ਥੀ ਮੰਜ਼ਿਲ ਤੇ ਸੀ।
ਲਿਫਟ ਆ ਹੀ ਨਹੀਂ ਰਹੀ ਸੀ ਤਾਂ ਉਹ ਪੌੜੀਆਂ ਚੜ੍ਹ ਕੇ ਉੱਪਰ ਆ ਗਈ। ਉਹ ਬੜੇ ਦਿਨ ਬਾਅਦ ਪੌੜੀਆਂ ਚੜ੍ਹੀ ਸੀ ਤਾਂ ਉਸ ਦਾ ਸਾਹ ਚੜ੍ਹ ਗਿਆ। ਅੰਦਰ ਬੈਠਦੇ ਹੀ ਬੋਲੀ, ਨੂੰ ਪਾਣੀ ਪਿਲਾ ਦੇ, ਗਲਾ ਸੁੱਕ ਰਿਹਾ ਹੈ। ਜਦੀ ਆਨੰਦ ਬੋਲਦਾ ਹੈ, ਮਾਂ ਉਹ ਵੀ ਤਾਂ ਸਫ਼ਰ ਕਰਕੇ ਆਈ ਹੈ, ਥੱਕ ਗਈ ਹੈ, ਰਸੋਈ ਸਾਹਮਣੇ ਹੀ ਹੈ, ਤਾਂ ਤੁਸੀਂ ਖੁਦ ਜਾ ਕੇ ਪਾਣੀ ਪੀ ਲਵੋ। ਉਹ ਉੱਠੀ ਤਾਂ ਰਸੋਈ ਵਿੱਚ ਮਟਕੀ ਲੱਭਦੀ ਰਹੀ ਪਰ ਉਹਨਾਂ ਨੂੰ ਪਾਣੀ ਵਾਲੀ ਮਟਕੀ ਕਿਤੇ ਨਾ ਲੱਭੀ। ਉਹਨਾਂ ਨੇ ਆਨੰਦ ਨੂੰ ਆਵਾਜ਼ ਲਗਾਈ ਕਿ ਇੱਥੇ ਤਾਂ ਪਾਣੀ ਦੀ ਮਟਕੀ ਹੀ ਨਹੀਂ ਹੈ। ਜਦੀ ਬੱਚੇ ਬੋਲਦੇ ਨੇ, ਦਾਦੀ ਜੀ ਆਰੋ ਤੋਂ ਪਾਣੀ ਪੀ ਲਵੋ, ਇੱਥੇ ਮਟਕੀ ਨਹੀਂ ਹੈ। ਪਹਿਲੀ ਵਾਰ ਆਰੋ ਦੇਖਿਆ ਤਾਂ ਉਹਨਾਂ ਨੂੰ ਕੁਝ ਸਮਝ ਨਹੀਂ ਆਇਆ। ਫਿਰ ਕੋਸ਼ਿਸ਼ ਕੀਤੀ ਤਾਂ ਇੱਕ ਗਲਾਸ ਪਾਣੀ ਲੈ ਕੇ ਪੀ ਲਿਆ। ਹੁਣ ਉਹਨਾਂ ਨੂੰ ਥੋੜੀ ਭੁੱਖ ਲੱਗਣ ਲੱਗੀ ਸੀ। ਨੂੰ ਤਾਂ ਕਮਰੇ ਵਿੱਚ ਜਾ ਕੇ ਬੈਠ ਗਈ। ਮਾਂ ਸਾਡਾ ਖਾਣਾ ਤਾਂ ਹੋਟਲ ਤੋਂ ਆ ਰਿਹਾ ਹੈ, ਹੁਣ ਤੁਸੀਂ ਤਾਂ ਬਾਹਰ ਦਾ ਕੁਝ ਖਾਣਾ ਨਹੀਂ ਤਾਂ ਆਪਣਾ ਖਾਣਾ ਕੁਝ ਆਪ ਬਣਾ ਲਵੋ। ਆਨੰਦ ਰਸੋਈ ਦਿਖਾ ਕੇ ਆਪਣੇ ਕਮਰੇ ਵਿੱਚ ਚਲਾ ਗਿਆ। ਨਵੇਂ ਜ਼ਮਾਨੇ ਦਾ ਗੈਸ ਉਸ ਨੂੰ ਚਲਾਉਣਾ ਨਹੀਂ ਆਇਆ। ਮਾਨ ਦਾ ਵੀ ਕੁਝ ਪਤਾ ਨਹੀਂ ਸੀ। ਉਹਨਾਂ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਗੁੰਜਨ ਦੇ ਚੀਕਣ ਦੀ ਆਵਾਜ਼ ਆਈ, ਮੇਰੀ ਪ੍ਰਾਈਵੇਸੀ ਹੀ ਨਹੀਂ ਰਹੀ। ਇਹੋ ਜਿਹੀ ਗਵਾਰ ਦੇ ਨਾਲ ਤਾਂ ਰਹਿਣਾ ਵੀ ਇੱਕ ਦਿਨ ਵੀ ਮੁਸ਼ਕਿਲ ਹੈ। ਮੈਂ ਇਸ ਦੇ ਨਾਲ 7 ਦਿਨ ਕਿਵੇਂ ਰਹੂੰਗੀ। ਇਹਨਾਂ ਨੂੰ ਇੰਨਾ ਵੀ ਪਤਾ ਨਹੀਂ ਹੈ ਕਿ ਜਦੋਂ ਪੁੱਤ ਨੂੰ ਕਮਰੇ ਵਿੱਚ ਹੋਣ ਤਾਂ ਦਰਵਾਜ਼ਾ ਖੜਕਾਉਂਦੇ ਨਹੀਂ। ਸਰਦਾ ਜੀ ਆਪਣੀ ਨੂੰਹ ਦੀਆਂ ਇਹ ਗੱਲਾਂ ਸੁਣ ਕੇ ਸੁੰਨ ਹੋ ਗਈ। ਉਸਨੇ ਆਪਣੇ ਥੈਲੇ ਵਿੱਚ ਥੋੜੇ ਚਨੇ ਰੱਖੇ ਸੀ, ਉਹੀ ਉਸਨੇ ਕੱਢ ਕੇ ਖਾ ਲਏ ਤੇ ਬਾਹਰ ਹੀ ਕਮਰੇ ਵਿੱਚ ਲੇਟ ਗਈ। ਥੋੜੀ ਦੇਰ ਬਾਅਦ ਦਰਵਾਜ਼ੇ ਦੀ ਘੰਟੀ ਵੱਜਦੀ ਹੈ। ਹੋਟਲ ਤੋਂ ਖਾਣਾ ਆ ਜਾਂਦਾ ਹੈ। ਆਨੰਦ ਖਾਣਾ ਤੇ ਬੱਚਿਆਂ ਨੂੰ ਲੈ ਕੇ ਕਮਰੇ ਵਿੱਚ ਚਲਾ ਜਾਂਦਾ ਹੈ ਤੇ ਸਰਦਾ ਜੀ ਬਾਹਰ ਹੀ ਲੇਟੀ ਹੋਈ ਸੀ। ਸ਼ਾਮ ਨੂੰ ਕਮਰਾ ਖੁੱਲਦਾ ਹੈ। ਸਰਦਾ ਜੀ ਆਪਣੇ ਬੇਟੇ ਨੂੰ ਪੁੱਛਦੀ ਹੈ, ਆਨੰਦ ਮੈਂ ਆਪਣਾ ਸਮਾਨ ਕਿੱਥੇ ਰੱਖਾਂ। ਆਨੰਦ ਆਪਣੀ ਮਾਂ ਨੂੰ ਕਹਿੰਦਾ ਹੈ, ਤੁਸੀਂ ਇੱਧਰ ਸਟੋਰ ਰੂਮ ਵਿੱਚ ਆਪਣਾ ਸਮਾਨ ਰੱਖ ਦੇਵੋ ਤੇ ਉਹ ਟੀਵੀ ਦੇਖਣ ਲੱਗ ਜਾਂਦਾ ਹੈ। ਗੁੰਜਨ ਦਿਨ ਭਰ ਥਕਾਵਟ ਉਤਾਰਨ ਤੋਂ ਬਾਅਦ ਰਾਤ ਨੂੰ ਰਸੋਈ ਵਿੱਚ ਜਾਂਦੀ ਹੈ। ਸਰਦਾ ਜੀ ਕਹਿੰਦੀ ਹੈ, ਨੂੰ ਮੈਂ ਕੁਝ ਮਦਦ ਕਰਵਾ ਦੇਵਾਂ। ਉਹ ਥੋੜੀ ਮਦਦ ਕਰਵਾਉਂਦੀ ਹੈ। ਰਾਤ ਦਾ ਖਾਣਾ ਖਾ ਕੇ ਉਹ ਸੌਂ ਜਾਂਦੀ ਹੈ। ਹਜੇ ਤਾਂ ਆਏ ਹੋਏ ਇੱਕ ਦਿਨ ਵੀ ਨਹੀਂ ਹੋਇਆ ਸੀ, ਨੂੰ ਪੁੱਤ ਨੂੰ ਉਹ ਬੋਝ ਲੱਗਣ ਲੱਗ ਜਾਂਦੀ ਹੈ। ਕਿਸੇ ਤਰ੍ਹਾਂ ਨਾਲ 5-6 ਦਿਨ ਨਿਕਲੇ ਸੀ ਤਾਂ ਸੋਮਵਾਰ ਦੀ ਸਵੇਰ ਆਨੰਦ ਦਫ਼ਤਰ ਦੇ ਲਈ ਤਿਆਰ ਹੁੰਦਾ ਹੈ ਤੇ ਆਪਣੀ ਮਾਂ ਨੂੰ ਬੋਲਦਾ ਹੈ, ਮਾਂ ਆਪਣਾ ਸਮਾਨ ਪੈਕ ਕਰ ਲਵੋ, ਮੈਂ ਤੁਹਾਨੂੰ ਮੈਟਰੋ ਸਟੇਸ਼ਨ ਛੱਡ ਆਉਂਦਾ ਹਾਂ। ਸਰਦਾ ਜੀ ਆਪਣੇ ਪੁੱਤ ਦੀ ਇਹ ਗੱਲ ਸੁਣ ਕੇ ਹੈਰਾਨ ਹੋ ਜਾਂਦੀ ਹੈ। ਹੁਣੇ ਤਾਂ ਆਏ ਹਜੇ 1 ਹਫ਼ਤਾ ਹੀ ਹੋਇਆ ਹੈ। ਮਾਂ, ਮੈਂ ਅਤੇ ਸਚਿਨ ਨੇ ਇਹ ਬਟਵਾਰਾ ਕੀਤਾ ਹੈ ਕਿ ਤੁਸੀਂ 1 ਹਫ਼ਤੇ ਮੇਰੇ ਘਰ ਰਹੋਗੇ ਤੇ 1 ਹਫ਼ਤਾ ਸਚਿਨ ਦੇ ਘਰ ਰਹੋਗੇ। ਇਹ ਸੁਣ ਕੇ ਉਹ ਕੁਝ ਨਹੀਂ ਬੋਲਦੀ। ਆਨੰਦ ਉਹਨਾਂ ਨੂੰ ਮੈਟਰੋ ਵਿੱਚ ਬਿਠਾ ਆਉਂਦਾ ਹੈ। ਉੱਥੇ ਉਹਨਾਂ ਨੂੰ ਸਚਿਨ ਲੈਣ ਆ ਜਾਂਦਾ ਹੈ। ਵੱਡੇ ਪੁੱਤ ਨੂੰ ਦੇ ਘਰ ਰਹਿਣ ਤੋਂ ਬਾਅਦ ਉਹ ਉਤਸ਼ਾਹਿਤ ਹੋ ਕੇ ਛੋਟੇ ਪੁੱਤ ਦੇ ਘਰ ਪਹੁੰਚਦੀ ਹੈ ਤਾਂ ਉਸ ਨੂੰ ਘਰ ਵਿੱਚ ਕੋਈ ਨਹੀਂ ਮਿਲਦਾ। ਉਸਦਾ ਪੁੱਤ ਸਚਿਨ ਕਹਿੰਦਾ ਹੈ ਕਿ ਮਾਂ ਬੱਚੇ ਸਕੂਲ ਗਏ ਨੇ, ਅੰਜਲੀ ਆਪਣੀ ਕਿੱਟੀ ਪਾਰਟੀ ਵਿੱਚ ਗਈ ਹੈ, ਦੁਪਹਿਰ ਨੂੰ ਬੱਚਿਆਂ ਨੂੰ ਸਕੂਲ ਤੋਂ ਲੈਂਦੇ ਹੋਏ ਆ ਜਾਵੇਗੀ। ਮੈਂ ਦਫ਼ਤਰ ਜਾ ਰਿਹਾ ਹਾਂ, ਰਸੋਈ ਵਿੱਚ ਕੁਝ ਰੱਖਿਆ ਹੋਵੇਗਾ, ਲੈ ਕੇ ਖਾ ਲੈਣਾ। ਇਹ ਕਹਿ ਕੇ ਸਚਿਨ ਚਲਾ ਜਾਂਦਾ ਏ। ਉਹ ਰਸੋਈ ਵਿੱਚ ਗਈ। ਡੱਬੇ ਵਿੱਚ 2 ਰਾਤ ਦੀਆਂ ਰੋਟੀਆਂ ਤੇ ਅਚਾਰ ਰੱਖਿਆ ਹੋਇਆ ਸੀ। ਨੂੰਹ ਨੇ ਮੇਰੇ ਆਉਣ ਦੀ ਖੁਸ਼ੀ ਵਿੱਚ ਇਹ ਖਾਣਾ ਬਣਾਇਆ ਹੈ ਤੇ ਮੈਂ ਜਦ ਵੀ ਇਹ ਲੋਕ ਘਰ ਆਉਂਦੇ ਸੀ ਪਕਵਾਨਾਂ ਦਾ ਢੇਰ ਲਗਾ ਦਿੰਦੀ ਸੀ। ਅੰਜਲੀ ਦੁਪਹਿਰ ਤੱਕ ਆ ਗਈ ਸੀ। ਉਹ ਆਪਣੇ ਬੱਚਿਆਂ ਦੇ ਨਾਲ ਵਿਅਸਤ ਰਹਿੰਦੀ ਸੀ। ਖਾਣਾ ਤਾਂ ਦੇ ਦਿੰਦੀ ਸੀ ਪਰ ਉਹ ਸਰਦਾ ਜੀ ਨਾਲ ਕੋਈ ਵੀ ਗੱਲਬਾਤ ਨਹੀਂ ਕਰਦੀ ਸੀ।
ਸਰਦਾ ਜੀ ਇਕੱਲੇ ਰਹਿ ਕੇ ਪਰੇਸ਼ਾਨ ਹੋ ਚੁੱਕੇ ਸੀ। ਇੱਕ ਕਮਰੇ ਵਿੱਚ ਉਹਨਾਂ ਦੀ ਜ਼ਿੰਦਗੀ ਲੰਘ ਰਹੀ ਸੀ। ਨਾ ਪੁੱਤ ਨੂੰਹ ਦੇ ਕੋਲ ਸਮਾਂ ਸੀ, ਨਾ ਹੀ ਪੋਤਾ ਪੋਤੀ ਦੇ ਕੋਲ ਸਮਾਂ ਸੀ। ਸਭ ਦੀ ਆਪਣੀ ਆਪਣੀ ਇੱਕ ਦੁਨੀਆ ਸੀ। ਇੱਕ ਹਫ਼ਤਾ ਹੋ ਗਿਆ ਤਾਂ ਉਹਨਾਂ ਨੇ ਆਨੰਦ ਨੂੰ ਹੀ ਸਚਿਨ ਦੇ ਘਰ ਬੁਲਾ ਲਿਆ ਤੇ ਕਹਿ ਦਿੱਤਾ ਕਿ ਮੈਨੂੰ ਤਾਂ ਪਿੰਡ ਛੱਡ ਕੇ ਆ ਜਾਓ, ਮੇਰਾ ਤਾਂ ਇੱਥੇ ਮਨ ਨਹੀਂ ਲੱਗਦਾ ਹੈ। ਮੈਂ ਆਪਣੇ ਘਰ ਅਤੇ ਖੇਤ ਖਲਿਆਣ ਦੇ ਨਾਲ ਹੀ ਸਮਾਂ ਬਿਤਾ ਲਵਾਂਗੀ। ਪਰ ਮਾਂ, ਹੁਣ ਘਰ ਅਤੇ ਖੇਤ ਤਾਂ ਅਸੀਂ ਵੇਚਣ ਦੇ ਲਈ ਬੋਲ ਦਿੱਤਾ ਹੈ। ਜੋ ਵੀ ਪੈਸੇ ਆਉਣਗੇ ਅਸੀਂ ਦੋਵੇਂ ਭਾਈ ਬਟਵਾਰਾ ਕਰ ਲਵਾਂਗੇ। ਹਲੇ ਦੋਵਾਂ ਦੇ ਘਰ ਛੋਟੇ ਛੋਟੇ ਨੇ ਤੇ ਬੱਚਿਆਂ ਦੇ ਹਿਸਾਬ ਨਾਲ ਵੱਡੇ ਫਲੈਟ ਵੀ ਲੈਣੇ ਨੇ। ਪੈਸਾ ਵੀ ਤਾਂ ਚਾਹੀਦਾ ਹੈ। ਹੁਣ ਤੁਹਾਨੂੰ ਕਰਨਾ ਵੀ ਕੀ ਹੈ, ਇੱਕ ਇੱਕ ਹਫ਼ਤਾ ਸਾਡੇ ਨਾਲ ਰਹੋ ਤੇ ਆਪਣੀ ਜ਼ਿੰਦਗੀ ਦੇ ਦਿਨ ਕੱਟੋ, ਸਚਿਨ ਨੇ ਕਿਹਾ। ਸਚਿਨ ਦੀ ਗੱਲ ਸੁਣ ਕੇ ਸਰਦਾ ਜੀ ਕਹਿੰਦੇ ਨੇ, ਨਹੀਂ, ਉਹ ਮੇਰਾ ਘਰ ਹੈ, ਉਹ ਮੇਰੇ ਖੇਤ ਨੇ, ਮੈਂ ਉਹਨਾਂ ਨੂੰ ਵੇਚਣ ਨਹੀਂ ਦੇਵਾਂਗੀ। ਉਹ ਸਭ ਕੁਝ ਮੇਰਾ ਹੈ। ਮੈਂ ਹੁਣ ਉੱਥੇ ਜਾ ਕੇ ਰਹੂੰਗੀ। ਤੁਹਾਡੇ ਦੋਵਾਂ ਦੇ ਘਰ ਮੈਂ ਰਹਿ ਕੇ ਦੇਖ ਲਿਆ ਹੈ। ਮੈਂ ਇੱਕ ਹਫ਼ਤੇ ਤੋਂ ਜ਼ਿਆਦਾ ਇੱਥੇ ਨਹੀਂ ਰੁਕ ਸਕਦੀ। ਤੁਸੀਂ ਮਾਂ ਦਾ ਅਨੋਖਾ ਹੀ ਬਟਵਾਰਾ ਕਰ ਲਿਆ ਤੇ ਹੁਣ ਮੈਂ ਤੁਹਾਨੂੰ ਘਰ ਖੇਤ ਦਾ ਬਟਵਾਰਾ ਨਹੀਂ ਕਰਨ ਦੇਵਾਂਗੀ। ਮਾਂ ਦਾ ਸਵਾਗਤ ਇਵੇਂ ਕੀਤਾ ਜਾਂਦਾ ਹੈ। ਆਨੰਦ, ਤੂੰ ਆਪਣੇ ਪਰਿਵਾਰ ਦੇ ਨਾਲ ਕਮਰੇ ਵਿੱਚ ਬੰਦ ਹੋ ਕੇ ਖਾਣਾ ਖਾ ਲਿਆ। ਮਾਂ ਬਾਹਰ ਭੁੱਖੀ ਬੈਠੀ ਸੀ। ਤੇ ਸਚਿਨ, ਤੂੰ ਜਦੋਂ ਮੈਂ ਪਹਿਲੀ ਵਾਰ ਤੇਰੇ ਘਰ ਵਿੱਚ ਆਈ, ਤੂੰ ਰਾਤ ਦੀ ਠੰਡੀ ਰੋਟੀ ਤੇ ਮੈਨੂੰ ਅਚਾਰ ਖਵਾਇਆ ਤੇ ਮੈਂ ਤੁਹਾਡੇ ਸਭ ਦੇ ਲਈ ਬਹੁਤ ਸਾਰੇ ਪਕਵਾਨ ਬਣਾਉਂਦੀ ਸੀ। ਮੇਰੀਆਂ 2 ਰੋਟੀਆਂ ਹੀ ਤੁਹਾਡੇ ਦੋਨਾਂ ਉੱਤੇ ਭਾਰੀ ਪੈ ਗਈਆਂ। ਤੁਸੀਂ ਦੋਵੇਂ ਪਿੰਡ ਦਾ ਘਰ ਅਤੇ ਖੇਤ ਵੇਚ ਕੇ ਨਵਾਂ ਘਰ ਲਵੋਗੇ। ਬੱਚਿਆਂ ਦੇ ਲਈ ਨਵਾਂ ਫਲੈਟ ਲੈਣ ਲਈ ਕਹਿ ਰਹੇ ਹੋ ਤੇ ਮਾਂ ਦੇ ਲਈ ਕੋਈ ਕਮਰਾ ਨਹੀਂ। ਮਾਂ ਤਾਂ ਸਟੋਰ ਰੂਮ ਵਿੱਚ ਰਹਿ ਲਵੇਗੀ ਨਾ। ਆਪਣੀ ਮਾਂ ਦੀਆਂ ਇਹ ਗੱਲਾਂ ਸੁਣਦੇ ਹੀ ਦੋਵੇਂ ਭਾਈਆਂ ਦੀਆਂ ਨਜ਼ਰਾਂ ਝੁਕ ਗਈਆਂ। ਉਹ ਕੁਝ ਨਾ ਕਹਿ ਪਾਏ। ਮੇਰਾ ਪਿੰਡ ਵਾਲਾ ਘਰ ਨਹੀਂ ਵਿਕੇਗਾ ਤੇ ਨਾ ਹੀ ਖੇਤ ਵਿਕਣਗੇ। ਮੈਂ ਆਪਣੇ ਅੰਤਿਮ ਸਮੇਂ ਤੱਕ ਉੱਥੇ ਹੀ ਰਹਾਂਗੀ ਤੇ ਇਹੀ ਮੇਰਾ ਆਖਰੀ ਫੈਸਲਾ ਹੈ। ਮੇਰੇ ਜਿਉਂਦੇ ਜੀ ਤੁਸੀਂ ਦੋਵਾਂ ਨੇ ਮਾਂ ਦਾ ਤਾਂ ਬਟਵਾਰਾ ਕਰ ਲਿਆ, ਪਰ ਮੇਰੇ ਘਰ ਅਤੇ ਖੇਤਾਂ ਦਾ ਕੋਈ ਬਟਵਾਰਾ ਨਹੀਂ ਹੋਵੇਗਾ। ਮੇਰੇ ਮਰਨ ਤੋਂ ਮਗਰੋਂ ਜੋ ਚਾਹੇ ਕਰ ਲਿਓ। ਤੁਸੀਂ ਮੈਨੂੰ ਮੇਰੇ ਪਿੰਡ ਜਾਣ ਦੀ ਟਿਕਟ ਕਰਵਾ ਦਿਓ। ਮੇਰਾ ਤਾਂ ਤੁਹਾਡੇ ਦੋਵਾਂ ਦੇ ਘਰ ਦਮ ਘੁੱਟਦਾ ਹੈ। ਮੈਂ ਇੱਥੇ ਹੁਣ ਹੋਰ ਨਹੀਂ ਰਹਿ ਸਕਦੀ। ਮਾਂ, ਅਸੀਂ ਗੱਡੀ ਤੋਂ ਛੱਡ ਆਉਂਦੇ ਹਾਂ। ਦੋਵੇਂ ਭਾਈ ਬੋਲੇ, ਰਹਿਣ ਦਿਓ। ਜੋ ਆਪਣੀ ਮਾਂ ਨੂੰ ਭਰਪੇਟ ਖਾਣਾ ਨਹੀਂ ਖਿਲਾ ਸਕਦੇ, ਜੋ ਮਾਂ ਦੇ ਕੋਲ 2 ਘੜੀ ਬੈਠ ਨਹੀਂ ਸਕਦੇ, ਉਹ ਆਪਣੀ ਮਾਂ ਦੇ ਲਈ ਆਪਣਾ ਕੀਮਤੀ ਸਮੇਂ ਕਿਉਂ ਬਰਬਾਦ ਕਰ ਰਹੇ ਨੇ। ਮੈਂ ਆਪੇ ਚਲੀ ਜਾਵਾਂਗੀ। ਤੇ ਸਰਦਾ ਜੀ ਨੇ ਆਪਣਾ ਸਾਰਾ ਸਮਾਨ ਜਾਣ ਦੇ ਲਈ ਬੰਨ੍ਹ ਲਿਆ। ਦੋਸਤੋ, ਪਿਓ ਦੇ ਜਾਣ ਤੋਂ ਬਾਅਦ ਮਾਂ ਦਾ ਬਟਵਾਰਾ ਪਹਿਲਾਂ ਹੁੰਦਾ ਹੈ ਕਿ ਮਾਂ ਨੂੰ ਕੌਣ ਰੱਖੇਗਾ, ਕਿੰਨੇ ਸਮੇਂ ਦੇ ਲਈ ਰੱਖੇਗਾ। ਇਹ ਗੱਲ ਤੇ ਬੜੀ ਹੀ ਬਹਿਸ ਹੁੰਦੀ ਹੈ, ਪਰ ਸੱਚ ਗੱਲ ਤਾਂ ਇਹ ਹੈ ਕਿ ਮਾਂ ਦੀ ਇੱਛਾ ਹੋਣੀ ਚਾਹੀਦੀ ਹੈ ਕਿ ਉਹ ਕਿਸ ਪੁੱਤ ਦੇ ਨਾਲ ਕਿੰਨਾ ਸਮਾਂ ਰਹੇਗੀ, ਕਿੰਨੇ ਦਿਨਾਂ ਤੱਕ ਰਹਿਣਾ ਚਾਹੁੰਦੀ ਹੈ। ਮਾਂ ਨੂੰ ਬੰਧਨ ਵਿੱਚ ਬੰਨ੍ਹਣਾ ਤੇ ਉਹਨਾਂ ਦਾ ਬਟਵਾਰਾ ਕਰਨਾ ਠੀਕ ਨਹੀਂ ਹੈ। ਸੱਚ ਹੀ ਕਿਹਾ ਗਿਆ ਹੈ, ਬਟਵਾਰਾ ਸਿਰਫ ਵਸੀਅਤ ਤੇ ਨਹੀਂ ਰੁਕਦਾ। ਹੁਣ ਤਾਂ ਮਾਂ-ਬਾਪ ਵੀ ਵੰਡ ਦਿੱਤੇ ਜਾਂਦੇ ਨੇ ਵਸੀਅਤ ਦੀ ਤਰ੍ਹਾਂ। ਸੋ ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ। ਇਹੋ ਜਿਹੀਆਂ ਹੋਰ ਕਹਾਣੀਆਂ ਦੇ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਐਂਡ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ, ਤਾਂ ਜੋ ਸਾਡੀ ਅਗਲੀ ਕਹਾਣੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ।